ਦੋਸਤੋ, ਪਿਆਰ ਸਿਰਫ ਖੂਨ ਦੇ ਰਿਸ਼ਤਿਆਂ ਨਾਲ ਹੀ ਨਹੀਂ ਹੁੰਦਾ। ਪਿਆਰ ਸਿਰਫ ਮਹਿਬੂਬ ਦੇ ਨਾਲ ਵੀ ਨਹੀਂ ਹੁੰਦਾ। ਪਿਆਰ ਉਹਨਾਂ ਨਾਲ ਵੀ ਹੁੰਦਾ ਏ ਜਿਨ੍ਹਾਂ ਨਾਲ ਨਾ ਹੀ ਸਾਡਾ ਕੋਈ ਖੂਨ ਦਾ ਰਿਸ਼ਤਾ ਤੇ ਨਾ ਹੀ ਭਾਸ਼ਾਈ ਸਾਂਝ ਹੋਵੇ, ਜੋ ਸਾਡੇ ਅਹਿਸਾਸ ਤੇ ਭਾਵਨਾਵਾਂ ਤੋਂ ਸਾਡੀ ਗੱਲ ਸਮਝ ਲੈਂਦੇ ਨੇ ਤੇ ਆਪਣੀ ਗੱਲ ਸਾਨੂੰ ਸਮਝਾ ਦਿੰਦੇ ਨੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦੋਸਤ ਦੀਪ ਅਮਨ ਤੇ ਤੁਸੀਂ ਸੁਣ ਰਹੇ ਹੋ YouTube ਚੈਨਲ ਲਫ਼ਜ਼ਾਂ ਦੇ ਅਹਿਸਾਸ। ਤਾਂ ਸ਼ੁਰੂ ਕਰਦੇ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ, ਜੰਗਾਲਿਆ ਜਿੰਦਰਾ। ਆਵਾਜ਼ ਤੇ ਲਿਖਤ ਤੁਹਾਡਾ ਆਪਣਾ ਦੋਸਤ ਦੀਪ ਅਮਨ। ਤਾਂ ਮਿਲਦੇ ਹਾਂ ਸੂਬੇਦਾਰ ਦੇ ਪਰਿਵਾਰ ਨੂੰ ਤੇ ਸ਼ੁਰੂ ਕਰਦੇ ਹਾਂ ਕਹਾਣੀ ਜੰਗਾਲਿਆ ਜਿੰਦਰਾ। ਕਹਾਣੀ ਸੰਗ੍ਰਹਿ ਸੂਰਜ ਆਖਰੀ ਸਾਹਾਂ ਤੇ ਇਹਦੇ ਵਿੱਚੋਂ। ਜੰਗਾਲ ਖਾਦਾ ਜਿੰਦਰਾ ਖੋਲ੍ਹਿਆ, ਦਰਵਾਜ਼ਾ ਖੁੱਲ੍ਹਿਆ, ਅੱਖਾਂ ਨਮ ਹੋਈਆਂ, ਹੰਝੂ ਛਲਕੇ। ਅੱਜ ਪਹਿਲੀ ਵਾਰ ਸੂਬੇਦਾਰ ਆਪਣੇ ਘਰ ਦੀ ਦਹਿਲੀਜ਼ ਨੂੰ ਪਾਰ ਕਰਦਿਆਂ ਇੰਨਾ ਭਾਵੁਕ ਹੋਇਆ ਸੀ, ਤੇ ਆਖਰ ਹੁੰਦਾ ਵੀ ਕਿਉਂ ਨਾ। ਅੱਜ ਪਹਿਲੀ ਵਾਰ ਉਸਨੂੰ ਆਪਣੇ ਘਰ ਦੇ ਦਰਵਾਜ਼ੇ ਦਾ ਜਿੰਦਰਾ ਆਪਣੇ ਹੱਥੀਂ ਖੋਲ੍ਹਣਾ ਪਿਆ ਸੀ, ਜੋ ਕਈ ਸਾਲ ਬੰਦ ਰਹਿਣ ਕਾਰਨ ਜੰਗਾਲ ਨੇ ਜਕੜ ਲਿਆ ਸੀ। ਘਰ ਦੀ ਡਿਉੜੀ ਲੰਘਦਿਆਂ ਸੂਬੇਦਾਰ ਦੀਆਂ ਬਚਪਨ ਦੀਆਂ ਸਭ ਯਾਦਾਂ ਤਾਜ਼ਾ ਹੋ ਗਈਆਂ। ਘਰ ਵਿੱਚ ਸਲਾਬ ਦੀ ਇੱਕ ਅਜੀਬ ਜਿਹੀ ਹਮਕ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਸੀ ਜਿਵੇਂ ਕਾਫੀ ਸਾਲ ਪਹਿਲਾਂ ਹੋਇਆ ਕਰਦੀ ਸੀ। ਆਪਣੇ ਘਰ ਦੀ ਮਿੱਟੀ ਦਾ ਮੋਹ ਹੀ ਵੱਖਰਾ ਹੁੰਦਾ ਏ, ਪਰ ਇਹ ਘਰ ਕਈ ਸਾਲਾਂ ਤੋਂ ਘਰ ਨਹੀਂ ਸੀ ਰਹਿ ਗਿਆ, ਬਸ ਇੱਟਾਂ ਦਾ ਮਕਾਨ ਸੀ। ਘਰ ਤਾਂ ਵਸਦਿਆਂ ਦੇ ਹੁੰਦੇ ਨੇ, ਤੇ ਬੇਬੇ ਬਾਪੂ ਦੀ ਮੌਤ ਤੋਂ ਬਾਅਦ ਇਹ ਘਰ ਨਹੀਂ ਸੀ ਰਹਿ ਗਿਆ। ਹੁਣ ਸੂਬੇਦਾਰ ਫੌਜ ਵਿੱਚ ਰਿਟਾਇਰ ਹੋ ਇਸ ਇੱਟਾਂ ਦੀ ਇਮਾਰਤ ਨੂੰ ਘਰ ਬਣਾਉਣ ਆਇਆ ਸੀ। ਜੰਗਾਲ ਖਾਦੀਆਂ ਗਰਿੱਲਾਂ, ਸਿਉਂ ਖਾਦੀਆਂ ਬਾਰੀਆਂ, ਦਰਵਾਜ਼ੇ ਤੇ ਸਤੀਰੀਆਂ ਤੇ ਘਰ ਦੇ ਵਿਹੜੇ ਦੇ ਵਿਚਕਾਰ ਲੱਗਾ ਸੁੱਕਿਆ ਸਿਉਂ ਖਾਦਾ ਤੂਤ ਦਾ ਰੁੱਖ ਇਸ ਗੱਲ ਦੀ ਗਵਾਹੀ ਭਰ ਰਹੇ ਸਨ ਕਿ ਰੂਹ ਕਾਫੀ ਸਾਲ ਪਹਿਲਾਂ ਹੀ ਇਹਨਾਂ ਸਭ ਤੋਂ ਅਲਵਿਦਾ ਲੈ ਚੁੱਕੀ ਸੀ। ਪਿੱਛੇ ਖੜਾ ਸੀ ਬਸ ਤੇ ਬਸ ਪਿੰਜਰ। ਸੂਬੇਦਾਰ ਮੋਹਨ ਸਿੰਘ ਨੇ 25 ਸਾਲ ਫੌਜ ਵਿੱਚ ਨੌਕਰੀ ਕੀਤੀ ਸੀ ਤੇ ਹੁਣ ਉਹ ਪੈਨਸ਼ਨ ਪਾ ਘਰ ਮੁੜਿਆ ਸੀ। ਮਾਂ-ਬਾਪ ਤਾਂ 5 ਸਾਲ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਤੇ ਹੁਣ ਪਿੱਛੇ ਸੂਬੇਦਾਰ ਰਹਿ ਗਿਆ ਸੀ, ਇਕੱਲਾ ਕਹਿਰਾ। ਸੂਬੇਦਾਰ 6 ਫੁੱਟ ਲੰਬਾ, ਗਠੀਲੇ ਸਰੀਰ ਤੇ ਦੁੱਧ ਚਿੱਟੇ ਰੰਗ ਦਾ ਸੋਹਣਾ ਗੱਭਰੂ ਨੌਜਵਾਨ ਸੀ। ਜਵਾਨੀ ਵੇਲੇ ਜਦੋਂ ਕੁੜਤਾ ਚਾਦਰਾ ਲਾਈ, ਮੁੱਛਾਂ ਨੂੰ ਤਾ ਦਿੰਦਾ ਪਿੰਡ ਵਿੱਚੋਂ ਨਿਕਲਦਾ ਕਿਸੇ ਰਿਆਸਤ ਦਾ ਮਹਾਰਾਜਾ ਜਾਪਦਾ। ਨਾਲ ਲੱਗਦੇ ਕਈ ਪਿੰਡਾਂ ਦੀਆਂ ਮੁਟਿਆਰਾਂ ਉਸ ਦਾ ਇੱਕ ਝਾਕਾ ਲੈਣ ਨੂੰ ਤਰਸਦੀਆਂ ਸਨ, ਪਰ ਫਿਰ ਵੀ ਸੂਬੇਦਾਰ ਵਿਆਹ ਨਹੀਂ ਸੀ ਕਰਵਾ ਸਕਿਆ। ਉਹ ਅੱਜ ਵੀ ਛੜਾ ਸੀ। ਇਸ ਦੇ ਪਿੱਛੇ ਵੀ ਇੱਕ ਲੰਮੀ ਕਹਾਣੀ ਸੀ। ਕਾਲਜ ਵਿੱਚ ਪੜ੍ਹਦਿਆਂ ਸੂਬੇਦਾਰ ਇੱਕ ਕੁੜੀ ਨੂੰ ਪਿਆਰ ਕਰ ਬੈਠਾ ਸੀ, ਤੇ ਉਹ ਕੁੜੀ ਵੀ ਸ਼ਾਇਦ ਇਸ ਲਈ ਕਿਉਂਕਿ ਉਹ ਕੁੜੀ ਸੂਬੇਦਾਰ ਦੀ ਬਣੀ ਨਹੀਂ। ਦੋਨਾਂ ਵਿਚਕਾਰ ਪਿਆਰ ਦੀਆਂ ਪੀਂਘਾਂ ਨੇ ਹੁਲਾਰੇ ਲੈਣੇ ਸ਼ੁਰੂ ਕੀਤੇ। ਵਾਅਦੇ ਹੋਏ, ਕੌਲ ਹੋਏ ਤੇ ਇਰਾਦੇ ਵੀ ਹੋਏ, ਪਰ ਪੱਕੇ ਸ਼ਾਇਦ ਨਹੀਂ। ਉਸ ਕੁੜੀ ਨੇ ਸੂਬੇਦਾਰ ਦੇ ਘਰ ਦੀ ਗੁਰਬਤ ਗਰੀਬੀ ਨੂੰ ਭਾਂਪਦਿਆਂ ਆਪਣੇ ਭਵਿੱਖ ਨੂੰ ਹਨੇਰੇ ਵਿੱਚ ਸੁੱਟਣ ਦੀ ਬਜਾਏ ਕੈਨੇਡਾ ਵਰਗੇ ਵੱਡੇ ਵਿਕਸਿਤ ਦੇਸ਼ ਵਿੱਚ ਵਿਆਹ ਕਰਵਾਉਣਾ ਉਚਿਤ ਸਮਝਿਆ। ਪਰ ਸੂਬੇਦਾਰ ਅੱਜ ਤੱਕ ਵੀ ਕੁਆਰਾ ਜ਼ਿੰਦਗੀ ਲੰਘਾ ਰਿਹਾ ਸੀ, ਉਸ ਦੇ ਖਿਆਲਾਂ ਵਿੱਚ, ਉਸ ਦੀਆਂ ਯਾਦਾਂ ਦੇ ਸਹਾਰੇ। ਉਸ ਕੁੜੀ ਬਾਰੇ ਸੂਬੇਦਾਰ ਨੇ ਕਦੇ ਕਿਸੇ ਨੂੰ ਵੀ ਕੰਨੋ ਕੰਨੀ ਖਬਰ ਤੱਕ ਨਹੀਂ ਸੀ ਲੱਗਣ ਦਿੱਤੀ। ਪੁੱਛਣ ਤੇ ਆਖਦਾ, ਪਿਆਰ ਕੀਤਾ, ਦਿਲੋਂ ਕੀਤਾ। ਮੈਂ ਇਸ ਪਵਿੱਤਰ ਬੰਧਨ ਦੇ ਅਹਿਸਾਸ ਨੂੰ ਬਦਨਾਮ ਨਹੀਂ ਕਰਨਾ। ਅੱਜ ਵੀ ਉਹ ਇਹੀ ਸੋਚਦਾ, ਹਰ ਕੁੜੀ ਧੋਖੇਬਾਜ਼ ਹੁੰਦੀ ਹੈ। ਪਿਆਰ ਤਾਂ ਸਿਰਫ ਮਾਂ-ਬਾਪ ਤੇ ਜਾਨਵਰ ਹੀ ਕਰਦੇ ਨੇ ਜਿਨ੍ਹਾਂ ਨੂੰ ਕੋਈ ਗਰਜ਼ ਨਹੀਂ ਹੁੰਦਾ ਤੁਹਾਡੇ ਤੋਂ। ਉਂਝ ਤਾਂ ਸਾਰੀ ਦੁਨੀਆ ਹੀ ਗਰਜ਼ਾਂ ਦੀ ਮਾਰੀ ਪਈ ਹੈ। ਉਸ ਇੱਕ ਧੋਖੇ ਨੇ ਸੂਬੇਦਾਰ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਹੁਣ ਉਸ ਕੋਲ ਧਨ, ਦੌਲਤ ਤੇ ਸ਼ੌਹਰਤ ਦੀ ਕੋਈ ਕਮੀ ਨਹੀਂ ਸੀ, ਪਰ ਪਿਆਰ ਨਾਂ ਦੇ ਸ਼ਬਦ ਤੋਂ ਨਫ਼ਰਤ ਹੋ ਚੁੱਕੀ ਸੀ ਉਸਨੂੰ। ਸੂਬੇਦਾਰ ਪਿੰਡ ਪਹੁੰਚਿਆ ਤਾਂ ਪਿੰਡ ਦੇ ਪੁਰਾਣੇ ਯਾਰ ਬੇਲੀ ਉਸ ਨੂੰ ਮਿਲਣ ਆਏ। ਆਖੇ ਫੌਜ 'ਚੋਂ ਆਇਆ ਏ, ਰਮ ਸ਼ਮ ਲੈ ਕੇ ਆਇਆ ਹੂ। ਪਰ ਸੂਬੇਦਾਰ ਠਹਿਰਿਆ ਵੈਸ਼ਨੋ ਬੰਦਾ, ਸ਼ਰਾਬ ਕਿੱਥੋਂ ਤੇ ਆਵੇ। ਸਭ ਯਾਰਾਂ ਮਿੱਤਰਾਂ ਨੂੰ ਸ਼ਰਾਬ ਦੀ ਥਾਂ ਚਾਹ ਪਾਣੀ ਪੀ ਹੀ ਘਰ ਵਾਪਸ ਪਰਤਣਾ ਪੈਂਦਾ।
ਕੋਈ ਟੀਚਰ ਕਰਦਾ ਆਖਦਾ, ਆਪ ਨਹੀਂ ਪੀਣੀ ਹੁੰਦੀ ਤਾਂ ਸਾਡੇ ਬਾਰੇ ਹੀ ਸੋਚ ਲੈਣਾ ਸੀ ਪਤੰਦਰਾ, ਤੇਰਾ ਕਿਹੜਾ ਕੋਟਾ ਖਤਮ ਹੋ ਜਾਣਾ ਸੀ 2-4 ਬੋਤਲਾਂ ਲਿਆਉਣ ਨਾਲ। ਅੱਗੇ ਸੂਬੇਦਾਰ ਕੁਝ ਨਾ ਬੋਲਦਾ, ਬਸ ਮਿੱਠਾ ਜਿਹਾ ਮੁਸਕਰਾ ਛੱਡਦਾ। ਸੂਬੇਦਾਰ ਨੇ ਹਫ਼ਤੇ ਦੇ ਅੰਦਰ ਅੰਦਰ ਘਰ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਦਰਵਾਜ਼ੇ ਤਾਕੀਆਂ ਨਵੇਂ ਲਗਵਾਏ ਗਏ, ਸਿਉਂ ਖਾਦੀਆਂ ਸਤੀਰੀਆਂ ਤੇ ਬਾਲੇ ਬਦਲੇ ਗਏ, ਰੰਗ ਰੋਗਨ ਦਾ ਕੰਮ ਵੀ ਮੁਕੰਮਲ ਹੋ ਗਿਆ ਤੇ ਹੁਣ ਘਰਾਂ ਵਰਗਾ ਜਾਪਣ ਲੱਗਾ। ਸੂਬੇਦਾਰ ਹਰ ਰੋਜ਼ ਘਰ ਦੀ ਸਫਾਈ ਕਰਦਾ, ਵਿਹੜਾ ਸੰਭਰਦਾ, ਭਾਂਡੇ ਮਾਂਜਦਾ। ਇੱਕ ਸਵਾਣੀ ਵਾਂਗ ਉਹ ਹਰ ਇੱਕ ਕੰਮ ਕਰਦਾ ਜਿਸ ਨੂੰ ਕਰਨ ਲਈ ਇੱਕ ਤਰੀਮਤ ਦੀ ਲੋੜ ਹੁੰਦੀ। ਸੂਬੇਦਾਰ ਨੇ ਆਪਣੀ ਮਾਂ ਦੁਆਰਾ ਲਗਾਏ ਸੁੱਕ ਚੁੱਕੇ ਤੂਤ ਨੂੰ ਪੁੱਟ ਉਸ ਦੀ ਜਗ੍ਹਾ ਟਾਹਲੀ ਦਾ ਰੁੱਖ ਲਗਾ ਦਿੱਤਾ। ਹੁਣ ਘਰ ਵਿੱਚ ਰੌਣਕ ਜਾਪਣ ਲੱਗੀ। ਇੱਕ ਸਵੇਰ ਸੂਬੇਦਾਰ ਆਪਣੇ ਦੋਸਤ ਪਰਮਿੰਦਰ ਨੂੰ ਮਿਲਣ ਗਿਆ ਤੇ ਉਸਦੇ ਘਰ ਤੋਂ ਵਾਪਸ ਆਉਂਦਾ ਹੋਇਆ ਉਸਦੇ ਘਰ ਰੱਖੀ ਸੂਈ ਕੁੱਤੀ ਦੇ 2 ਕਤੂਰੇ ਚੁੱਕ ਲਿਆਇਆ। ਉਹਨਾਂ ਦੇ ਘਰ ਆਉਣ ਨਾਲ ਬੱਚਿਆਂ ਦੀ ਘਾਟ ਵੀ ਪੂਰੀ ਹੋ ਗਈ। ਫਿਰ ਉਹ ਤੋਤਿਆਂ ਦੀ ਜੋੜੀ ਲੈ ਆਇਆ, ਇੱਕ ਮੱਝ ਲੈ ਆਇਆ। ਉਸਨੇ ਆਪਣੇ ਖੇਤਾਂ ਨੂੰ ਚਾਚੇ ਕੇਵਲ ਕੋਲੋਂ ਛੁਡਾ ਲਿਆ। ਆਪਣੇ ਖੇਤਾਂ ਵਿੱਚ ਹਲ ਵਾਹੁਣ ਲਈ ਨਗੌਰੀ ਬਲਦਾਂ ਦੀ ਜੋਗ ਵੀ ਲੈ ਆਇਆ। ਕੁੱਲ ਮਿਲਾ ਕੇ ਘਰ ਹੁਣ ਹਰਿਆ ਭਰਿਆ ਜਾਪਣ ਲੱਗਾ, ਘਰਾਂ ਵਰਗਾ। ਸੂਬੇਦਾਰਾ ਬਸ ਹੁਣ ਇੱਕ ਵੋਟੀ ਦੀ ਹੀ ਘਾਟ ਰਹਿ ਗਈ ਆ। ਕਈ ਵਾਰ ਤਾਂ ਪਿਆਰਾ ਸਿੰਘ ਆਪਣੇ ਪੋਤੇ ਨੂੰ ਕੁਛੜ ਚੁੱਕੀ ਘਰ ਅੱਗੇੋਂ ਲੰਘਦਾ ਟਾਂਚ ਮਾਰਦਾ, ਤਾਇਆ ਵੋਟੀ ਲਿਆ ਕੇ ਕਿਹੜਾ ਰਣਜਿੱਤ ਹੋ ਜੂ, ਜਿਹੜਾ ਤੂੰ ਜਿੱਤ ਲਿਆ ਫਿਰ ਤੇਰੇ ਵਾਲੀ ਡਿਊਟੀ ਲੱਗ ਜੂ। ਅੱਗੋਂ ਇਹ ਕਹਿ ਸੂਬੇਦਾਰ ਹੱਸ ਛੱਡਦਾ। ਸੂਬੇਦਾਰ ਆਪਣੇ ਇਕੱਲੇਪਣ ਵਿੱਚ ਹੀ ਜ਼ਿੰਦਗੀ ਗੁਜ਼ਾਰਨਾ ਠੀਕ ਸਮਝਦਾ। ਵੈਸੇ ਇਕੱਲਾ ਕਿੱਥੋਂ ਸੀ ਉਹ। ਰੂਬੀ ਨੂਰੀ, ਹੀਰਾ ਮੋਤੀ, ਮਿੱਠੂ ਮਰਜਾਣੀ ਤੇ ਗੋਰੀ ਮੱਝ, ਉਸ ਤੋਂ ਇਲਾਵਾ ਇਹ 7 ਜੀਵੀ ਤਾਂ ਸਨ ਸੂਬੇਦਾਰ ਦੇ ਘਰ। ਕਈ ਵਾਰ ਸੂਬੇਦਾਰ ਰਾਤ ਵੇਲੇ ਹਨੇਰੇ ਕਮਰੇ ਵਿੱਚ ਇਕੱਲਾ ਬੈਠਾ ਉਸ ਪਲ ਨੂੰ ਕਿਆਸਦਾ ਜ਼ਰੂਰ ਸੀ। ਸ਼ਾਇਦ ਜੇ ਅੱਜ ਉਹ ਮੇਰੇ ਨਾਲ ਹੁੰਦੀ ਤਾਂ ਮੈਂ ਵੀ ਹੁਣ ਤੱਕ ਦੋਤਿਆਂ ਪੋਤਿਆਂ ਵਾਲਾ ਹੁੰਦਾ। ਤਾਏ ਪਿਆਰੇ ਵਾਂਗ ਆਪਣੇ ਪੋਤੇ ਪੋਤੀਆਂ ਨੂੰ ਸੈਰ ਕਰਾਉਂਦਾ, ਉਹਨਾਂ ਨਾਲ ਬੱਚਾ ਬਣ ਖੇਡਦਾ। ਉਹ ਮੇਰੀ ਦਾੜੀ ਪੱਟਦੇ, ਉਹਨਾਂ ਨੂੰ ਦੇਖ ਮੈਨੂੰ ਆਪਣਾ ਬਚਪਨ ਚੇਤੇ ਆਉਂਦਾ, ਆਪਣੇ ਮਾਂ-ਬਾਪ ਵੱਡੇ ਵਡੇਰੇ ਚੇਤੇ ਆਉਂਦੇ, ਜਿਵੇਂ ਕਦੀ ਉਹਨਾਂ ਪੀੜ੍ਹੀ ਦਰ ਪੀੜ੍ਹੀ ਪਰਿਵਾਰ ਦੇ ਹਰੇਕ ਜੀਅ ਨੂੰ ਜਨਮ ਦਿੱਤਾ ਸੀ, ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸੀ। ਪਰੰਤੂ ਜਲਦੀ ਹੀ ਉਹ ਭੂਤਕਾਲ ਦੇ ਗਹਿਰੇ ਖੂਹ ਵਿੱਚੋਂ ਟਿੰਡਾਂ ਰਾਹੀਂ ਯਾਦਾਂ ਦਾ ਪਾਣੀ ਕੱਢ ਆਪਣੇ ਦਿਲ ਦੀ ਬੰਜਰ ਜ਼ਮੀਨ ਤੇ ਆੜ ਬਣਾਉਣ ਦੀ ਜਗ੍ਹਾ ਵਰਤਮਾਨ ਦੇ ਵਿਸ਼ਾਲ ਸਮੁੰਦਰ ਰੂਪੀ ਸੰਸਾਰ ਵਿੱਚ ਗੋਤਾ ਲਗਾਉਣਾ ਚੰਗਾ ਸਮਝਦਾ। ਫੌਜੀਆ, ਮੇਰੀ ਮੰਨੇ ਤਾਂ ਤੂੰ ਪਿੰਡ ਦਾ ਸਰਪੰਚ ਜਾਂ ਨੰਬਰਦਾਰ ਬਣ ਜਾ। ਪੜ੍ਹਿਆ ਲਿਖਿਆ ਤਾਂ ਤੂੰ ਪਹਿਲਾਂ ਹੀ ਕਾਫੀ ਹੈ ਤੇ ਤੇਰੇ ਅੱਗੇ ਪਿੱਛੇ ਵੀ ਕੋਈ ਨਹੀਂ, ਨਾ ਕੁੜੀ ਨਾ ਕਾਕਾ, ਨਾ ਜਨਾਨੀ ਨਾ ਸਿਆਪਾ, ਤੇਰੇ ਕੋਲ ਸਮੇਂ ਦੀ ਵੀ ਕੋਈ ਘਾਟ ਨਹੀਂ। ਕਈ ਵਾਰ ਨਾਮਾਮਲੀ ਸੂਬੇਦਾਰ ਮੋਹਨ ਸਿੰਘ ਨੂੰ ਸਹਿਜ ਸੁਭਾਅ ਆਖ ਦਿੰਦਾ, ਮੇਰੇ ਤਾਂ ਬੱਚੇ ਰੁੱਲ ਜਾਣਗੇ, ਉਹਨਾਂ ਸਭ ਦਾ ਰੋਟੀ ਟੁੱਕ ਪੱਠਾ ਦੱਥਾ ਦਾਣਾ ਪਾਣੀ ਕੌਣ ਕਰੂ ਮੇਰੇ ਤੋਂ ਬਗੈਰ। ਅੱਗਿਓਂ ਸੂਬੇਦਾਰ ਝਟਪਟ ਜਵਾਬ ਦਿੰਦੇ ਆਖਦਾ। ਸੂਬੇਦਾਰ ਆਪਣੇ ਇਸ ਨਿੱਕੇ ਜਿਹੇ ਪਰਿਵਾਰ ਨੂੰ ਹੀ ਆਪਣਾ ਸੰਸਾਰ ਸਮਝਦਾ। ਉਸਨੂੰ ਆਪਣੇ ਇਸ ਸੰਸਾਰ ਵਿੱਚ ਰੁੱਝਿਆ ਰਹਿਣ ਵਿੱਚ ਹੀ ਆਨੰਦ ਆਉਂਦਾ। ਉਹ ਸਵੇਰੇ ਪਾਠੀ ਬੋਲਣ ਤੋਂ ਪਹਿਲਾਂ ਉੱਠ ਪੈਂਦਾ, ਆਪਣੀ ਗੋਰੀ ਮੱਝ ਦੀ ਧਾਰ ਕੱਢਦਾ, ਫਿਰ ਉਸਦਾ ਦੁੱਧ ਨੂਰੀ ਤੇ ਰੂਬੀ ਦੇ ਲੋਹੇ ਦੇ ਡੌਂਗਿਆਂ ਵਿੱਚ ਲਿਆ ਪਾਉਂਦਾ, ਜਿਨ੍ਹਾਂ ਕੋਲ ਉਹ ਦੋਨੋਂ ਸਮੇਂ ਸਿਰ ਹੀ ਆ ਬੈਠਦੇ। ਉਹ ਬਰਾਂਡੇ ਵਿੱਚ ਬੈਠੇ ਜੁਗਾਲੀ ਕਰ ਰਹੇ ਆਪਣੇ ਨਗੌਰੀ ਬਲਦ ਹੀਰਾ ਮੋਤੀ ਨੂੰ ਗੋਡੇ ਦੀ ਹਲਕੀ ਜਿਹੀ ਚੁਭਲਾ ਉਠਾਲਦਾ। ਬਲਦ ਉਸੇ ਸਮੇਂ ਉੱਠ ਮੈੜ ਲੈਂਦੇ, ਹੀਰਾ ਮੋਤੀ ਦੇ ਪਿੰਡੇ ਤੇ ਦਿੱਤੇ ਝੁੱਲਾਂ ਨੂੰ ਉਤਾਰਦਾ। ਬਲਦਾਂ ਦੀ ਸੁਸਤੀ ਉਤਾਰਨ ਲਈ ਉਹਨਾਂ ਦੇ ਪਿੰਡੇ ਤੇ ਹੱਥ ਫੇਰਦਾ ਤੇ ਫਿਰ ਉਹਨਾਂ ਦੋਨਾਂ ਬਲਦਾਂ ਦੇ ਗਲ ਪੰਜਾਲੀ ਪਾ ਰੋਟੀ ਵਾਲਾ ਝੋਲਾ ਫੜੀ ਰੂਬੀ ਤੇ ਨੂਰੀ ਨੂੰ ਨਾਲ ਲੈ ਕੇ ਆਪਣੇ ਖੇਤਾਂ ਵੱਲ ਨੂੰ ਤੁਰ ਪੈਂਦਾ, ਖੇਤਾਂ ਦੀ ਹਿੱਕ ਚੀਰਨ ਲਈ, ਤਾਂ ਜੋ ਉਹਨਾਂ ਖੇਤਾਂ ਦੀ ਹਿੱਕ ਵਿੱਚ ਫਸਲ ਰੂਪੀ ਬੀਜ ਬੋ ਸਕੇ। ਸੂਬੇਦਾਰ ਨੂੰ ਕੰਮ ਵਿੱਚ ਰੁੱਝਿਆ ਦਿਨ, ਹਫ਼ਤੇ ਤੇ ਕਈ ਮਹੀਨੇ ਬੀਤ ਗਏ। ਅੱਜ ਸੂਬੇਦਾਰ ਵਾਲਾ ਖੁਸ਼ ਸੀ। ਨਵੇਂ ਦੁੱਧ ਹੋਈ ਉਸਦੀ ਗੋਰੀ ਮੱਝ ਨੇ ਘਰ ਵਿੱਚ ਨਵੇਂ ਮੈਂਬਰ ਨੂੰ ਜਨਮ ਦਿੱਤਾ ਸੀ। ਸੂਬੇਦਾਰ ਨੂੰ ਇੰਜ ਲੱਗਾ
ਜਿਵੇਂ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਹੋਵੇ। ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ। ਜਦੋਂ ਵੀ ਸੂਬੇਦਾਰ ਕੱਟੇ ਨੂੰ ਮੰਝ ਦੇ ਖੁੰਡ ਕੋਲੋਂ ਦੂਰ ਕਰਦਾ, ਉਹ ਡਿੰਗਣੋਂ ਨਾ ਹਟਦੀ। ਸੂਬੇਦਾਰ ਦਾ ਪਹਿਲਾ ਹਫ਼ਤਾ ਤਾਂ ਕੱਟੇ ਦੀ ਨਿਗਰਾਨੀ ਵਿੱਚ ਹੀ ਨਿਕਲ ਗਿਆ, ਕਿਉਂ ਕਾਂ ਜਾਂ ਕੋਈ ਹੋਰ ਜਨੌਰ ਕਟੜੂ ਦੇ ਖੁਰ ਜਾਂ ਨਾੜੂ ਤੇ ਜ਼ਖਮ ਹੀ ਨਾ ਕਰ ਦੇਣ ਕਿਧਰੇ। ਗੋਰੀ ਦੇ ਆਪਣੇ ਨਵਜੰਮੇ ਕੱਟੇ ਪ੍ਰਤੀ ਪਿਆਰ ਨੂੰ ਦੇਖ ਸੂਬੇਦਾਰ ਨੂੰ ਕਈ ਵਾਰ ਆਪਣੀ ਮਾਂ ਕਿਸ਼ਨ ਕੌਰ ਦਾ ਚੇਤਾ ਆਉਂਦਾ, ਜਿਸਨੇ ਕਿੰਨੇ ਲਾਡਾਂ ਚਾਵਾਂ ਨਾਲ ਆਪਣੇ ਪੁੱਤਰ ਨੂੰ ਪਾਲਿਆ ਸੀ। ਪਰ ਜਦੋਂ ਉਸਦੇ ਆਪਣੇ ਸੁੱਖ ਦੇਖਣ ਦਾ ਸਮਾਂ ਆਇਆ, ਉਹ ਖੁਦ ਚੱਲ ਵਸੀ ਸੀ ਇਸ ਫਾਨੀ ਦੁਨੀਆ ਤੋਂ। ਇੱਕ ਦਿਨ ਗੋਰੀ ਤੇ ਉਸਦੇ ਪੁੱਤਰ ਨਾਲ ਹਾਸੇ ਠੱਠੇ ਕਰਦਿਆਂ ਸੂਬੇਦਾਰ ਨੇ ਕੱਟੇ ਦਾ ਨਾਮਕਰਨ ਵੀ ਕਰ ਦਿੱਤਾ। ਉਸਨੇ ਗੋਰੀ ਦੇ ਕੱਟੇ ਦਾ ਨਾਮ ਸੂਰਵੀਰ ਰੱਖਿਆ। ਜਦੋਂ ਸੂਬੇਦਾਰ ਬੱਚਿਆਂ ਵਾਂਗ ਸੂਰਵੀਰ ਨੂੰ ਰਸਤੇ ਵਿੱਚ ਨਠਾਉਂਦਾ ਤਾਂ ਤਾਇਆ ਪਿਆਰਾ ਆਪਣੇ ਘਰ ਤੋਂ ਬਾਹਰ ਨਿਕਲ ਆਖਦਾ, ਕਿਉਂ ਜ਼ੁਲਮ ਕਰਦਾ ਏ ਫੌਜੀਆ ਬੇਜ਼ੁਬਾਨ ਤੇ। ਅੱਗੇ ਉਹ ਸੂਬੇਦਾਰ ਹੱਸ ਕੇ ਆਖ ਦਿੰਦਾ, ਫੌਜ ਕੀ ਪਰੇਡ ਹੋ ਰਹੀ ਹੈ, ਤੇ ਕਹਿੰਦਾ, ਇਹਦੇ ਗੋਡੇ ਜਾਮ ਹੋ ਜਾਣਗੇ, ਇਸ ਲਈ ਕਸਰਤ ਜ਼ਰੂਰੀ ਏ। ਸੂਬੇਦਾਰ ਸੂਰਵੀਰ ਨੂੰ ਨਾਲ ਲੈ ਕੇ ਪੂਰੇ ਪਿੰਡ ਦੀ ਸੈਰ ਕਰ ਲੈਂਦਾ, ਪਰ ਗੋਰੀ ਨਿਸ਼ਚਿੰਤ ਹੋ ਕੇ ਪੱਠੇ ਖਾਂਦੀ ਰਹਿੰਦੀ, ਕਿਉਂਕਿ ਉਸਨੂੰ ਆਪਣੇ ਮਾਲਕ ਸੂਬੇਦਾਰ ਤੇ ਪੂਰਨ ਵਿਸ਼ਵਾਸ ਸੀ, ਉਹ ਉਸਦੇ ਪੁੱਤਰ ਨੂੰ ਕਦੀ ਨੁਕਸਾਨ ਨਹੀਂ ਪਹੁੰਚਾਏਗਾ। ਇੰਜ ਹੱਸਦਿਆਂ ਖੇਡਦਿਆਂ ਦੂਜੀਆਂ ਗਰਮੀਆਂ ਵੀ ਗੁਜ਼ਰ ਗਈਆਂ ਤੇ ਹੁਣ ਸੂਰਵੀਰ 1.5 ਸਾਲ ਦਾ ਹੋ ਗਿਆ। ਸੂਬੇਦਾਰਾ, ਹੁਣ ਆਪਣੇ ਕੱਟੇ ਦੇ ਨੱਥ ਪਾ ਦੇ, ਪੂਰਾ 1.5 ਸਾਲ ਦਾ ਹੋ ਗਿਆ ਤੇਰਾ ਕੱਟਾ। ਜੀਤ ਬਲਦਾ ਵਾਲੇ ਨੇ ਸੂਬੇਦਾਰ ਦੇ ਕੱਟੇ ਦੇ ਸੁਨੱਖ ਤੇ ਲਿਸ਼ਕਦੇ ਤੰਦਰੁਸਤ ਪਿੰਡੇ ਵੱਲ ਧਿਆਨ ਮਾਰਦਿਆਂ ਕਿਹਾ, ਨਾ, ਮੈਨੂੰ ਕੋਈ ਲੋੜ ਨਹੀਂ ਆਪਣੇ ਪੁੱਤ ਦੀਆਂ ਨਾਸਾਂ ਪਾੜਨ ਦੀ। ਮੈਂ ਕਿਹੜਾ ਇਹਦੇ ਕੋਲੋਂ ਬਹੁਤਾ ਕੰਮ ਲੈਣਾ ਏ, ਇਹ ਜਿਵੇਂ ਦਾ ਤਿਵੇਂ ਠੀਕ ਆ। ਸੂਬੇਦਾਰ ਨੇ ਜੀਤ ਦੀ ਕਹੀ ਗੱਲ ਤੇ ਹਿਰਖ ਜਤਾਉਂਦਿਆਂ ਜਵਾਬ ਦਿੱਤਾ, ਚੱਲ ਠੀਕ ਹੈ ਸੂਬੇਦਾਰਾ, ਮੈਂ ਤਾਂ ਇਸ ਕਰਕੇ ਕਿਹਾ ਸੀ ਕਿਉਂਕਿ ਪਸ਼ੂ ਜ਼ਾਤ ਏ, ਜ਼ਬਾਨ ਹੋਇਆ ਖਰੂਦ ਪੱਟੂ ਤੇ ਫਿਰ ਤੈਨੂੰ ਤੰਗ ਕਰੂ। ਚਾਚਾ, ਇਹ ਮੇਰਾ ਪੁੱਤਰ ਏ ਸੂਰਵੀਰ, ਕੋਈ ਪਸ਼ੂ ਨਹੀਂ। ਜੀਤ ਨੂੰ ਸੂਬੇਦਾਰ ਦੀ ਕਹੀ ਗੱਲ ਸੁਣ ਗੁੱਸਾ ਤਾਂ ਬਹੁਤ ਆਇਆ, ਪਰ ਉਹ ਗੁੱਸਾ ਅੰਦਰੋਂ ਅੰਦਰੀ ਪੀ ਗਿਆ ਤੇ ਮਨੋ ਮਨੀ ਕਹਿਣ ਲੱਗਾ, ਸੱਚ ਹੀ ਕਹਿੰਦੇ ਨੇ ਸਿਆਣੇ, ਫੌਜੀ ਦੀ ਜਾਣ ਵੇਲੇ ਅਕਲ ਤੇ ਆਉਣ ਵੇਲੇ ਰਫਲ, ਦੋਨੋਂ ਚੀਜ਼ਾਂ ਖੋਹ ਲੈਂਦੀਆਂ ਨੇ ਸਰਕਾਰਾਂ। ਇਸ ਲਈ ਫੌਜੀ ਬੋਰਾ ਹੋ ਗਿਆ ਏ, ਲੱਗਦਾ ਪਾਗਲ ਹੋ ਗਿਆ ਏ ਫੌਜੀ। ਪਰ ਫੌਜੀ ਜਿਵੇਂ ਦਾ ਪਾਗਲ ਸੀ, ਉਸ ਤਰ੍ਹਾਂ ਦਾ ਪਾਗਲ ਅੱਜ ਦੇ ਜ਼ਮਾਨੇ ਵਿੱਚ ਹੋਣਾ ਮੁਸ਼ਕਿਲ ਹੀ ਨਹੀਂ, ਲਗਭਗ ਨਾਮੁਮਕਿਨ ਜਿਹਾ ਜਾਪਦਾ ਸੀ। ਜੀਤ ਵਿੰਗਾ ਜਿਹਾ ਮੂੰਹ ਬਣਾ ਕੇ ਬੇਇੱਜ਼ਤ ਹੋ ਫੌਜੀ ਘਰੋਂ ਨਿਕਲ ਗਿਆ। ਚਾਚੇ ਜੀਤ ਦੀਆਂ ਕਈਆਂ ਗੱਲਾਂ ਸੁਣ ਸੂਬੇਦਾਰ ਦੇ ਮਨ ਵਿੱਚ ਗੁੱਸੇ ਦੀ ਅਗਨੀ ਪ੍ਰਚੰਡ ਸੀ। ਚਾਚੇ ਦੀਆਂ ਗੱਲਾਂ ਨੇ ਸੂਬੇਦਾਰ ਦੇ ਦਿਮਾਗ ਦੀ ਕਾਇਆ ਕਲਪ ਕਰ ਦਿੱਤੀ। ਉਸਨੇ ਗੁੱਸੇ ਵਿੱਚ ਆਪਣੇ ਸਾਈਕਲ ਦੀ ਕਾਠੀ ਤੇ ਜ਼ੋਰ ਨਾਲ ਹੱਥ ਮਾਰਿਆ ਤੇ ਸਾਈਕਲ ਤੇ ਸਵਾਰ ਹੋ ਸ਼ਹਿਰ ਵੱਲ ਨੂੰ ਨਿਕਲ ਗਿਆ। ਪਰ ਸੂਬੇਦਾਰ ਨੂੰ ਕੀ ਪਤਾ ਸੀ ਕਿ ਕੋਈ ਰਾਤ ਉਸ ਨੂੰ ਇਸ ਸਾਈਕਲ ਤੋਂ ਉਤਾਰ ਆਪਣੇ ਨਾਲ ਦੂਰ ਲੰਮੇ ਸਫ਼ਰ ਤੇ ਲੈ ਕੇ ਜਾਣ ਲਈ ਨਿਕਲ ਚੁੱਕਿਆ ਸੀ। ਸੂਬੇਦਾਰ ਪੂਰੇ ਰਸਤੇ ਵਿੱਚ ਚਾਚੇ ਵੱਲੋਂ ਕਈਆਂ ਗੱਲਾਂ ਬਾਰੇ ਹੀ ਸੋਚਦਾ ਰਿਹਾ। ਕਿੰਨੇ ਨਿਰਦਈ ਨੇ ਲੋਕ, ਮੇਰਾ ਫੁੱਲ ਭਰ ਬੱਚਾ ਦੇਖ ਕੇ ਜਰਿਆ ਨਹੀਂ ਜਾਂਦਾ ਉਹਨਾਂ ਕੋਲੋਂ, ਕਿਵੇਂ ਉਸ ਦੀਆਂ ਨਾਸਾਂ ਪਾੜਨ ਦੀਆਂ ਸਲਾਹਾਂ ਦੇ ਰਹੇ ਸਨ। ਸੂਬੇਦਾਰ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਪਿਆ ਸੀ ਤੇ ਫਿਰ ਇੱਕਦਮ ਅਚਾਨਕ ਪਿੱਛੋਂ ਆ ਰਹੀ ਕਿਸੇ ਅਮੀਰ ਜ਼ਾਦੇ ਦੀ ਤੇਜ਼ ਰਫ਼ਤਾਰ ਕਾਰ ਨੇ ਸੂਬੇਦਾਰ ਨੂੰ ਪਿੱਛੋਂ ਆਣ ਟੱਕਰ ਮਾਰੀ। ਸੂਬੇਦਾਰ ਧਰਤੀ ਤੋਂ 20 ਫੁੱਟ ਉੱਚਾ ਉੱਭਰਿਆ, ਸਰੀਰ ਨੇ ਆਖਰੀ ਸਾਹ ਲਿਆ, ਅੱਖਾਂ ਨੇ ਆਖਰੀ ਵਾਰ ਖੁੱਲੇ ਅਸਮਾਨ ਵੱਲ ਤੱਕਿਆ ਤੇ ਧਰਤੀ ਤੇ ਆਣ ਡਿੱਗਦਿਆਂ ਸੂਬੇਦਾਰ ਦੇ ਸਰੀਰ ਨੇ ਉਸੇ ਪਲ ਸਵਾਸ ਤਿਆਗ ਦਿੱਤੇ। ਕਾਰ ਚਾਲਕ ਹਫੜਾ ਦਫੜੀ ਵਿੱਚ ਸੂਬੇਦਾਰ ਦੇ ਮ੍ਰਿਤ ਧੜ ਦੇ ਉੱਪਰੋਂ ਕਾਰ ਕੱਢਦਿਆਂ 3-2-5 ਹੋ ਗਿਆ। ਸ਼ਾਮ ਹੁੰਦਿਆਂ ਸੂਬੇਦਾਰ ਦੀ ਮੌਤ ਦੀ ਖਬਰ ਪੂਰੇ ਪਿੰਡ ਵਿੱਚ ਫੈਲ ਗਈ। ਸੂਬੇਦਾਰ ਦੀ ਲੌਤ ਨੂੰ ਪਿੰਡ ਦੇ ਕੁਝ ਮੋਤਬਰ ਆਦਮੀ ਹਸਪਤਾਲ ਜਾ ਉੱਥੋਂ ਵਾਪਸ ਪਿੰਡ ਲੈ ਆਏ। ਕਿਉਂ ਭਾਈ, ਕਿਸੇ ਦੀ ਉਡੀਕ ਕਰਨੀ ਏ? ਸਰਪੰਚ ਰਣਜੀਤ ਸਿੰਘ ਨੇ ਪਿਆਰੇ ਬੁੱਢੇ ਨੂੰ ਇੱਕ ਪਾਸੇ ਲਿਜਾਂਦਿਆਂ ਪੁੱਛਿਆ। ਪਿਆਰੇ ਨੇ ਗੁਰਦਿਆਲ, ਨਵਜੋਤ, ਕੁਲਦੀਪ, ਸੁੱਖੇ ਮੰਨੇ ਤੇ ਪਿੰਡ ਦੇ ਕੁਝ ਹੋਰ ਬੰਦਿਆਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਨਿਰਣਾ ਲੈਂਦਿਆਂ ਬੋਲਿਆ, ਸੂਬੇਦਾਰ ਦਾ ਕੋਈ ਸਾਕ ਸੰਬੰਧੀ ਤਾਂ ਅਸੀਂ ਦੇਖਿਆ ਨਹੀਂ, ਉਸਦੇ ਘਰ ਕਦੀ ਆਇਆ।
ਇਸ ਲਈ ਸਵੇਰੇ ਸਮੇਂ ਸਿਰ ਹੀ ਸੂਬੇਦਾਰ ਦਾ ਸੰਸਕਾਰ ਕਰ ਦਿੱਤਾ ਜਾਵੇ। ਸਵੇਰ ਹੁੰਦਿਆਂ ਹੀ ਸੂਬੇਦਾਰ ਦਾ ਸੰਸਕਾਰ ਕਰਨ ਲਈ ਪੂਰਾ ਪਿੰਡ ਇਕੱਠਾ ਹੋ ਗਿਆ। ਸੂਬੇਦਾਰ ਦਾ ਸਾਰਾ ਸਰੀਰ ਗੱਡੀ ਦੁਆਰਾ ਕੁਚਲੇ ਜਾਣ ਕਾਰਨ ਆਖਰੀ ਵਾਰ ਨਹਾਉਣ ਕਰਾਉਣਾ ਵੀ ਬਹੁਤ ਮੁਸ਼ਕਿਲ ਸੀ। ਪਿਆਰੇ ਨੇ ਸੂਬੇਦਾਰ ਦੀ ਲੌ ਤੇ ਪਾਣੀ ਦਾ ਛਿੱਟਾ ਦੇ ਉਸ ਦਾ ਆਖਰੀ ਵਾਰ ਨਹਾਉਣਾ ਕਰਾਇਆ। ਅੱਜ ਸੂਬੇਦਾਰ ਦੇ ਘਰ ਇੰਨੀ ਰੌਣਕ ਦੇਖ ਸੂਬੇਦਾਰ ਦੇ ਘਰ ਦੇ ਸਾਰੇ ਪਰਿਵਾਰਕ ਮੈਂਬਰ ਡਰੇ ਡਰੇ ਤੇ ਸਹਿਮੇ ਸਭ ਵੱਲ ਤੱਕ ਰਹੇ ਸਨ, ਪਰ ਉਹਨਾਂ ਨੂੰ ਇੰਨੀ ਭੀੜ ਵਿੱਚ ਉਹਨਾਂ ਦਾ ਮਾਲਕ ਸੂਬੇਦਾਰ ਕਿਧਰੇ ਨਹੀਂ ਸੀ ਥਿਆਰਿਆ। ਫਿਰ ਇੱਕਦਮ ਅਚਾਨਕ ਕਿਸੇ ਮਹਾਪੁਰਸ਼ ਦੀ ਆਖਰੀ ਯਾਤਰਾ ਵਾਂਗ ਸੂਬੇਦਾਰ ਦੀ ਚਿੱਟੇ ਕਫਨ ਵਿੱਚ ਲਿਪਟੀ ਮੰਜੇ ਤੇ ਪਈ ਲਾਸ਼ ਨੇ ਆਪਣੇ ਘਰ ਦੀ ਡਿਊੜੀ ਨੂੰ ਪਾਰ ਕਰਦਿਆਂ ਆਪਣੀ ਮੰਜ਼ਿਲ ਵੱਲ ਨੂੰ ਜਾਣ ਲਈ ਆਖਰੀ ਯਾਤਰਾ ਆਰੰਭ ਕੀਤੀ। ਸੂਬੇਦਾਰ ਦੀ ਅਰਥੀ ਪਿੱਛੇ ਲਾਗਲੇ 10 ਪਿੰਡਾਂ ਦੇ ਲੋਕ ਸਨ, ਪਰ ਰੋਂਦਾ ਕੁਰਲਾਉਂਦਾ ਕੋਈ ਨਹੀਂ ਸੀ। ਸਭ ਮੂੰਹਧਾਰੀ ਚੁੱਪ ਚਪੀਤੇ ਹੀ ਮੜੀਆਂ ਵੱਲ ਦਾ ਸਫ਼ਰ ਤੈਅ ਕਰ ਰਹੇ ਸਨ। ਪਿੰਡ ਦੀਆਂ ਔਰਤਾਂ ਤੇ ਬੱਚੇ ਕੋਠਿਆਂ ਤੇ ਚੜ੍ਹ ਕਿਸੇ ਰਿਆਸਤ ਦੇ ਰਾਜੇ ਦੀ ਆਖਰੀ ਯਾਤਰਾ ਨੂੰ ਨਾਮ ਅੱਖਾਂ ਨਾਲ ਵਿਦਾਈ ਦੇ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਇਹ ਅਰਥੀ ਕਿਸੇ ਆਮ ਇਨਸਾਨ ਦੀ ਨਹੀਂ, ਸਗੋਂ ਕਿਸੇ ਮਹਾਪੁਰਸ਼ ਦੀ ਹੋਵੇ, ਕਿਉਂ ਕੋਈ ਵੀ ਰੋ ਕੁਰਲਾ ਨਹੀਂ ਸੀ ਰਿਹਾ। ਸੂਬੇਦਾਰ ਦੀ ਲਾਸ਼ ਨੂੰ ਲੱਕੜਾਂ ਤੇ ਟਿਕਾ ਭਾਈ ਸਾਹਿਬ ਨੇ ਆਖਰੀ ਅਰਦਾਸ ਕੀਤੀ ਤੇ ਬੁੱਢੇ ਪਿਆਰੇ ਨੇ ਸੂਬੇਦਾਰ ਦੇ ਮ੍ਰਿਤ ਸਰੀਰ ਨੂੰ ਅਗਨੀ ਭੇਟ ਕਰਦਿਆਂ ਉਸ ਨੂੰ ਲਾਪਟਾਂ ਦੇ ਹਵਾਲੇ ਕਰ ਦਿੱਤਾ। ਸੰਸਕਾਰ ਕਰਨ ਤੋਂ ਬਾਅਦ ਸਾਰੇ ਆਪੋ ਆਪਣੇ ਘਰ ਪਰਤ ਗਏ। ਅੱਜ ਪਹਿਲੀ ਵਾਰ ਸਾਰਾ ਦਿਨ ਤੇ ਸਾਰੀ ਰਾਤ ਸੂਬੇਦਾਰ ਦਾ ਪਰਿਵਾਰ ਭੁੱਖਾ ਰਿਹਾ। ਸੂਬੇਦਾਰ ਤੋਂ ਬਿਨਾਂ ਕਿਸੇ ਨੇ ਸਾੜ ਤੱਕ ਨਹੀਂ ਲਈ ਸੀ ਉਹਨਾਂ ਸਭ ਦੀ। ਸਵੇਰ ਦੇ 4 ਵਜੇ ਹੀ ਗੋਰੀ ਮੱਝ ਨੇ ਅੜਿੰਗਣਾ ਸ਼ੁਰੂ ਕਰ ਦਿੱਤਾ। ਆਖਿਰ ਕਿੰਨੇ ਦਿਨ ਉਹ ਆਪਣੇ ਲੇਵੇ ਵਿੱਚ ਦੁੱਧ ਨੂੰ ਸਾਂਭ ਕੇ ਰੱਖਦੀ। ਪੀਣ ਨਾਲ ਉਸ ਦਾ ਬੁਰਾ ਹਾਲ ਹੋ ਰਿਹਾ ਸੀ, ਇਸ ਲਈ ਉਸਨੇ ਉੱਚੀ ਉੱਚੀ ਅੜਿੰਗਣਾ ਸ਼ੁਰੂ ਕਰ ਦਿੱਤਾ। ਬੁੱਢਾ ਪਿਆਰਾ ਮੱਝ ਦੇ ਅੜਿੰਗਣ ਦੀ ਆਵਾਜ਼ ਸੁਣ ਸੂਬੇਦਾਰ ਦੇ ਘਰ ਆਇਆ। ਉਸਨੇ ਮੱਝ ਤੇ ਬਲਦਾਂ ਨੂੰ ਪੱਠੇ ਪਾਈ। ਗੋਰੀ ਸੀਲ ਹੋ ਕੇ ਖੜ ਗਈ। ਪਿਆਰਾ ਗੋਰੀ ਦੀ ਧਾਰ ਕੱਢ ਰਿਹਾ ਸੀ, ਜਿਸ ਨਾਲ ਗੋਰੀ ਨੂੰ ਆਰਾਮ ਤਾਂ ਮਿਲ ਰਿਹਾ ਸੀ, ਪਰ ਉਸ ਦੀਆਂ ਅੱਖਾਂ ਹੁਣ ਵੀ ਆਪਣੇ ਮਾਲਕ ਨੂੰ ਦੇਖਣਾ ਲੋਚ ਰਹੀਆਂ ਸਨ। ਉਸ ਨੂੰ ਕੀ ਪਤਾ ਸੀ ਕਿ ਹੁਣ ਸੂਬੇਦਾਰ ਨੇ ਕਦੇ ਵੀ ਵਾਪਸ ਇਸ ਘਰ ਵਿੱਚ ਨਹੀਂ ਸੀ ਆਉਣਾ। ਗੋਰੀ ਦੀਆਂ ਅੱਖਾਂ ਵਿੱਚ ਹੰਝੂ ਤ੍ਰਿਪਕ ਰਹੇ ਸਨ, ਜਿਵੇਂ ਉਹ ਸਭ ਸਮਝਦੀ ਹੋਵੇ, ਜਿਵੇਂ ਉਹ ਜਾਨਵਰ ਨਹੀਂ ਇਨਸਾਨ ਹੋਵੇ। ਅੱਜ ਸੂਬੇਦਾਰ ਨੇ ਆਪਣੇ ਬਲਦਾਂ ਨੂੰ ਗੋਡੇ ਦੀ ਚੋਬਲਾ ਨਹੀਂ ਸੀ ਉਠਾ ਲਿਆ। 3 ਦਿਨਾਂ ਤੋਂ ਉਹਨਾਂ ਦੇ ਪਿੰਡੇ ਉੱਪਰ ਦਿੱਤੇ ਝੁੱਲ ਉਸੇ ਤਰ੍ਹਾਂ ਮੌਜੂਦ ਸਨ। ਰੂਬੀ ਤੇ ਨੂਰੀ ਅੱਜ ਆਪਣੇ ਲੋਹੇ ਦੇ ਡੋਂਗਿਆਂ ਕੋਲ ਆ ਨਾ ਬੈਠੇ। ਪਿਆਰੇ ਨੇ ਗੋਰੀ ਦੀ ਧਾਰ ਕੱਢ ਦੁੱਧ ਕੁੱਤਿਆਂ ਦੇ ਲੋਹੇ ਦੇ ਡੋਂਗਿਆਂ ਵਿੱਚ ਪਾ ਦਿੱਤਾ ਤੇ ਬਚਦਾ ਦੁੱਧ ਚੁੱਕ ਆਪਣੇ ਘਰ ਵੱਲ ਨੂੰ ਤੁਰ ਪਿਆ। ਰੂਬੀ, ਨੂਰੀ, ਹੀਰਾ ਮੋਤੀ, ਸੂਰਵੀਰ ਤੇ ਗੋਰੀ ਉਸ ਨੂੰ ਜਾਂਦੇ ਨੂੰ ਦੇਖਦੇ ਸੂਬੇਦਾਰ ਦੇ ਘਰ ਪਰਤਣ ਦੀ ਉਡੀਕ ਕਰ ਰਹੇ ਸਨ। ਜਨੌਰ ਜੋ ਸੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਸੂਬੇਦਾਰ ਤਾਂ ਆਪਣੇ ਅਸਲ ਘਰ ਵੱਲ ਨੂੰ ਤੁਰ ਗਿਆ ਸੀ। ਅਗਲੇ ਦਿਨ ਸਵੇਰੇ 9 ਵਜੇ ਦੇ ਕਰੀਬ ਹੀ ਸੂਬੇਦਾਰ ਦੇ ਘਰ ਫਿਰ ਪੰਚਾਇਤ ਜੁੜ ਗਈ। ਹਾਂ ਬਈ, ਜੇ ਸੂਬੇਦਾਰ ਵੱਲ ਕਿਸੇ ਦਾ ਹਿਸਾਬ ਕਿਤਾਬ ਬਾਕੀ ਹੈ ਤਾਂ ਹੁਣੇ ਹੀ ਦੱਸ ਦੇਵੇ। ਸਰਪੰਚ ਰਣਜੀਤ ਸਾਰੇ ਪੰਚਾਇਤ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਦਿਆਂ ਸਭ ਨੂੰ ਸੰਬੋਧਨ ਕਰਦਿਆਂ ਬੋਲਿਆ, ਸੂਬੇਦਾਰ ਕੋਲ ਤਾਂ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ, ਵਾਧੂ ਪੈਸੇ ਸਨ ਉਸ ਕੋਲ, ਤੇ ਉਸਨੇ ਤਾਂ ਕਦੇ ਕਿਸੇ ਕੋਲੋਂ ਉਧਾਰ ਪੈਸੇ ਵੀ ਨਹੀਂ ਸਨ ਫੜੇ। ਪਰੰਤੂ ਇਸ ਵੇਲੇ ਸਭ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਅਜੇ 4 ਦਿਨ ਪਹਿਲਾਂ ਸੂਬੇਦਾਰ ਨੇ ਮੇਰੇ ਕੋਲੋਂ 5000 ਰੁਪਏ ਫੜੇ ਸਨ। 6 ਜਾਣ ਲੱਗਿਆ। ਬਜਨੇ ਹਲਵਾਈ ਨੇ ਗੋਰੀ ਮੱਝ ਵੱਲ ਲਲਚਾਈਆਂ ਨਜ਼ਰਾਂ ਨਾਲ ਤੱਕਦਿਆਂ ਥਤਲਾਉਂਦੀ ਆਵਾਜ਼ ਵਿੱਚ ਨਿਮਾਣਾ ਜਿਹਾ ਹੋ ਕੇ ਆਪਣਾ ਦੁੱਖ ਸੁਣਾਇਆ। ਤੇ ਫਿਰ ਹੁਣ ਤੂੰ ਕੀ ਚਾਹੁੰਦਾ ਹੈ ਤਾਇਆ? ਸਰਪੰਚ ਗੱਲ ਨੂੰ ਕੱਟਦਿਆਂ ਬੋਲਿਆ, ਦੇਖੋ ਪੈਸੇ ਤਾਂ ਮਿਲਣੇ ਨਹੀਂ। ਮੈਂ ਸੂਬੇਦਾਰ ਦੀ ਮੱਝ ਹੀ ਲੈ ਜਾਣਾ।
ਉਵੇਂ ਤਾਂ ਮੱਝ 5,000 ਦੀ ਹੈ ਨਹੀਂ, ਪਰ ਹੁਣ ਕੋਈ ਚਾਰਾ ਵੀ ਨਹੀਂ। ਬਚਨੇ ਨੇ ਸਭ ਦੇ ਚਿਹਰਿਆਂ ਵੱਲ ਤੱਕਦਿਆਂ ਸੱਚਾ ਹੁੰਦਿਆਂ ਜਵਾਬ ਦਿੱਤਾ। ਸਰਪੰਚ ਪਿੰਡ ਵਾਲਿਆਂ ਤੇ ਪੰਚਾਇਤ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜਵਾਬ ਦਿੰਦਿਆਂ ਬੋਲਿਆ, ਚੱਲ ਫਿਰ ਤੂੰ ਮੱਝ ਲੈ ਜਾ, ਪਰ ਕੱਟਾ ਨਹੀਂ ਦੇ ਸਕਦੇ ਅਸੀਂ ਤੈਨੂੰ, ਇਹ ਹੁਣ ਪੂਰਾ ਜਵਾਨ ਹੋ ਚੁੱਕਾ ਏ। ਜਿਵੇਂ ਤੁਸੀਂ ਕਹਿੰਦੇ ਹੋ ਸਰਪੰਚ ਸਾਹਿਬ, ਮੈਨੂੰ ਮਨਜ਼ੂਰ ਏ। ਬਚਨੇ ਨੇ ਚਾਲ ਦਾ ਸਹੀ ਮੋਹਰਾ ਚੱਲਦਿਆਂ ਦੇਖ ਹਾਲਾਤ ਆਪਣੇ ਵੱਲ ਝੁਕਦਿਆਂ ਮੌਕਾ ਸਾਂਭਿਆ ਤੇ ਹੌਲੀ ਜਿਹੀ ਆਵਾਜ਼ ਵਿੱਚ ਜਵਾਬ ਦਿੰਦਿਆਂ ਹਾਂ ਵਿੱਚ ਸਿਰ ਹਿਲਾਇਆ। ਇਹ ਸਭ ਦੇਖ ਜੀਤ ਬਲਦਾਂ ਵਾਲੇ ਨੇ ਮੌਕਾ ਤਾੜਦਿਆਂ ਸਰਪੰਚ ਸਾਹਿਬ ਦੀ ਪੰਚਾਇਤ ਅੱਗੇ ਭੋਲਾ ਜਿਹਾ ਬਣਦਿਆਂ ਜੋਦਰੀ ਕੀਤੀ, ਮੇਰਾ ਵੀ ਕੋਈ ਹੀਲਾ ਕਰ ਪੁੱਤਰਾ। ਹਾਂ ਤੂੰ ਦੱਸਦਾ ਆ। ਸਰਪੰਚ ਨੇ ਜੀਤ ਬਲਦਾਂ ਵਾਲੇ ਦੀ ਕੀਤੀ ਅਰਜ਼ੋਈ ਵੱਲ ਧਿਆਨ ਦਿੰਦਿਆਂ ਕਿਹਾ, ਸੂਬੇਦਾਰ ਵੱਲ ਮੇਰੇ ਪੈਸੇ ਵੀ ਬਾਕੀ ਖੜੇ ਨੇ, ਜੋ ਮੈਂ ਉਸਨੂੰ ਮੰਡੀ ਬਲਦ ਲਿਆਉਣ ਸਮੇਂ ਦਿੱਤੇ ਸਨ। ਉਹ ਖੜੀ ਏ ਬਲਦਾਂ ਦੀ ਜ਼ੋਗ, ਤੂੰ ਹੁਣੇ ਆਪਣੇ ਘਰ ਲੈ ਜਾ, ਇਹਨਾਂ ਦਾ ਕਿਹੜਾ ਕੁਝ ਵਿਗੜਿਆ ਏ, ਸਗੋਂ ਅੱਗੇ ਨਾਲੋਂ ਜ਼ਿਆਦਾ ਰਾਜੀ ਹੋਏ ਖੜੇ ਨੇ। ਪੰਚ ਗੁਰਦਿਆਲ ਨੇ 1 ਮਿੰਟ ਵਿੱਚ ਝਟਪਟ ਗੱਲ ਦਾ ਨਿਆਂ ਕਰਦਿਆਂ ਜਵਾਬ ਦਿੱਤਾ, ਨਹੀਂ ਪੁੱਤਰਾ, ਬਲ ਤਾਂ ਮੇਰੇ ਖੁੰਡੇ ਖੜੇ ਨੇ, ਮੈਂ ਇੰਜ ਕਰਦਾ ਇਹ ਕੱਟਾ ਹੀ ਲੈ ਜਾਂਦਾ। ਉਹ ਮਨੋ ਮਨੀ ਸਰੀਰਕ ਪੱਖੋਂ ਰਾਜੀ ਕੱਟੇ ਨੂੰ ਦੇਖਦਿਆਂ ਆਪਣਾ ਹੱਕ ਜਤਾਉਂਦਿਆਂ ਆਖਣ ਲੱਗਾ, ਕੋਈ ਨਾ ਘਰ ਚੱਲ, ਲੰਘਾਉਂਦਾ ਤੇਰੀਆਂ ਨਾਸਾਂ ਵਿੱਚ ਦੀ ਸੂਆ, ਆਇਆ ਵੱਡਾ ਸੂਰਬੀਰ, ਮੈਂ ਪਾਉਣਾ ਤੇਰੇ ਨੱਥ। ਜੀਤ ਕਾਫੀ ਰੱਜਿਆ ਪੁੱਜਿਆ ਹੋਣ ਕਰਕੇ ਸਭ ਤੇ ਉਸਦਾ ਪ੍ਰਭਾਵ ਸੀ, ਇਸੇ ਲਈ ਸਾਰੇ ਉਸਦੇ ਰੱਖੇ ਪ੍ਰਸਤਾਵ ਲਈ ਸਹਿਜੇ ਹੀ ਮੰਨ ਗਏ। ਪੰਚਾਇਤ ਤੇ ਪਿੰਡ ਦੇ ਕੁਝ ਹੋਰ ਮੋਹਤਬਰ ਬੰਦਿਆਂ ਨੇ ਆਪਸ ਵਿੱਚ ਸਲਾਹ ਕਰਕੇ ਬਲਦਾਂ ਦੀ ਜੋਗ ਦਾ ਰੱਸਾ ਗਰੀਬ ਰੁਲਦੋ ਦੇ ਹੱਥ ਫੜਾ ਦਿੱਤਾ। ਰੁਲਦੋ ਖੁਸ਼ ਹੋ ਕੇ ਆਪਣੇ ਮੋਢਿਆਂ ਤੇ ਪੰਜਾਲੀ ਟੰਗ ਬਲਦਾਂ ਦੇ ਰੱਸੇ ਫੜੀ ਆਪਣੀ ਹਵੇਲੀ ਵੱਲ ਨੂੰ ਤੁਰ ਪਿਆ। ਪਹਿਲਾਂ ਤਾਂ ਗੋਰੀ ਨੂੰ ਕੁਝ ਸਮਝ ਨਾ ਆਇਆ ਆਖਰ ਹੋ ਕੀ ਰਿਹਾ ਸੀ, ਪਰ ਜਦੋਂ ਜੀਤ ਨੇ ਸੂਰਬੀਰ ਦਾ ਰੱਸਾ ਖੁੰਡ ਨਾਲ ਖੋਲ੍ਹਦਿਆਂ ਉਸ ਨੂੰ ਬਰਾਂਡੇ ਵਿੱਚੋਂ ਬਾਹਰ ਕੱਢਿਆ ਤਾਂ ਇਹ ਦੇਖ ਗੋਰੀ ਦਾ ਤਰਾਹ ਨਿਕਲ ਗਿਆ। ਉਹ ਆਪਣੇ ਪੁੱਤ ਨੂੰ ਕਿਸੇ ਗੈਰ ਨਾਲ ਜਾਂਦਿਆਂ ਦੇਖ ਉੱਚੀ ਉੱਚੀ ਅੜਿੰਗਣ ਲੱਗੀ। ਗੋਰੀ ਨੇ ਆਪਣੇ ਖੁੰਡ ਦੁਆਲੇ ਘੁੰਮ ਕੇ ਖੁਰਾਂ ਨਾਲ ਮਿੱਟੀ ਪੁੱਟ ਭੜਥੂ ਪਾ ਦਿੱਤਾ। ਅੱਖਾਂ ਵਿੱਚ ਕਿਸੇ ਇਨਸਾਨ ਵਾਂਗ ਅਥਰੂਆਂ ਦੀ ਆੜ ਵਗਾਈ, ਪਰ ਹਰ ਕਿਸੇ ਕੋਲ ਸੂਬੇਦਾਰ ਦੇ ਦਿਲ ਵਰਗਾ ਦਿਲ ਨਹੀਂ ਸੀ, ਜੋ ਆਪਣੀ ਗੋਰੀ ਦੇ ਦੁੱਖਾਂ ਨੂੰ ਸਮਝਦਾ ਸੀ, ਉਸ ਦੀਆਂ ਭਾਵਨਾਵਾਂ ਨੂੰ ਸੁਣ ਸਕਦਾ ਸੀ। ਗੋਰੀ ਅੜਿੰਗਦੀ ਰਹੀ ਤੇ ਜੀਤ ਸੂਰਬੀਰ ਨੂੰ ਡੰਡੇ ਨਾਲ ਹੱਕਦਾ ਘਰੋਂ ਬਾਹਰ ਲੈ ਗਿਆ। ਫਿਰ ਆਈ ਗੋਰੀ ਦੀ ਵਿਦਾਈ ਦੀ ਵਾਰੀ। ਬਚਨਾ ਗੋਰੀ ਨੂੰ ਵੀ ਸੂਬੇਦਾਰ ਦੇ ਘਰੋਂ ਬਾਹਰ ਲੈ ਆਇਆ। ਅੱਜ 3 ਸਾਲਾਂ ਵਿੱਚ ਪਹਿਲੀ ਵਾਰ ਗੋਰੀ ਮੱਝ ਨੇ ਸੂਬੇਦਾਰ ਦੇ ਘਰ ਦੀ ਦਹਿਲੀਜ਼ ਨੂੰ ਪਾਰ ਕੀਤਾ। ਗੋਰੀ ਮੁੜ ਕੇ ਸੂਬੇਦਾਰ ਦੇ ਘਰ ਦੇ ਦਰਵਾਜ਼ੇ ਵੱਲ ਦੇਖਦੀ ਅੜਿੰਗ ਰਹੀ ਸੀ, ਜਿਵੇਂ ਆਪਣੇ ਮਾਲਕ ਨੂੰ ਆਵਾਜ਼ਾਂ ਮਾਰ ਰਹੀ ਹੋਵੇ। ਅੱਜ 3 ਸਾਲਾਂ ਵਿੱਚ ਪਹਿਲੀ ਵਾਰ ਗੋਰੀ ਦੀਆਂ ਅੱਖਾਂ ਦੇ ਕੋਈ ਨਮ ਸਨ ਤੇ ਅੱਜ ਫਿਰ 3 ਸਾਲਾਂ ਬਾਅਦ ਗੋਰੀ ਨੇ ਗਰਜ਼ਾਂ ਮਾਰੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਅਮਲੀ ਨਾਮੇ ਨੇ ਨੂਰੀ ਤੇ ਰੂਬੀ ਨੂੰ ਡੰਡੇ ਮਾਰਦਿਆਂ ਕਿਹਾ, ਖੜ ਜਾਓ ਤੁਹਾਡੀ ਕਚੀੜ ਦੀ। ਗਾਲਾਂ ਕੱਢਦਿਆਂ ਦੋਵਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਬੁੱਢੇ ਪਿਆਰੇ ਨੇ ਅੱਖਾਂ ਵਿੱਚ ਅਥਰੂ ਭਰਦਿਆਂ ਵਾਹਿਗੁਰੂ ਕਹਿ ਮਿੱਠੂ ਤੇ ਮਰਜਾਣੀ ਨੂੰ ਪਿਆਰ ਦੇ ਪਿੰਜਰੇ ਵਿੱਚੋਂ ਯਾਦ ਕਰ ਦਿੱਤਾ। ਇਸ ਤਰ੍ਹਾਂ ਸੂਬੇਦਾਰ ਦਾ ਸੁਪਨਿਆਂ ਦਾ ਘਰ ਇਸ ਗਰਜਾ ਮਰੀ ਦੁਨੀਆ ਨੇ ਰਲ ਕੇ ਲੁੱਟਦਿਆਂ ਖੇਰੂ ਕਰ ਦਿੱਤਾ। ਸੂਬੇਦਾਰ ਬਿਨਾਂ ਕਰਜ਼ ਲਏ ਕਰਜ਼ਾਈ ਦਾ ਖਿਤਾਬ ਹਾਸਲ ਕਰ ਗਿਆ ਤੇ ਉਸਦੇ ਪਰਿਵਾਰ ਨੇ ਆਪਣੀਆਂ ਰੂਹਾਂ ਨੂੰ ਗਿਰਵੀ ਰੱਖ ਕੇ ਆਪਣੇ ਆਪ ਨੂੰ ਅਲੱਗ ਕਰਦਿਆਂ ਉਸ ਕਰਜ਼ੇ ਦੀ ਭਰਪਾਈ ਕੀਤੀ। 15 ਦਿਨਾਂ ਬਾਅਦ ਬੁੱਢਾ ਪਿਆਰਾ ਆਪਣੇ ਪੋਤੇ ਨੂੰ ਕੁਛੜ ਚੁੱਕੀ ਸੂਬੇਦਾਰ ਦੇ ਘਰ ਅੱਗਿਓਂ ਲੰਘਿਆ। ਉਹ ਚਾਹੁੰਦਾ ਸੀ ਉਹ ਕੋਈ ਟਾਂਚ ਮਾਰੇ ਜਿਵੇਂ ਅੱਗੇ ਮਾਰਦਾ ਸੀ, ਤੇ ਅੱਗਿਓਂ ਵੀ ਕੋਈ ਟਾਂਚ ਜ਼ਰੂਰ ਆ ਹੀ ਜਾਂਦੀ ਸੀ। ਪਰ ਹੁਣ ਸੂਬੇਦਾਰ ਨੂੰ ਕਿਵੇਂ ਉਹ ਟਾਂਚ ਮਾਰੇ? ਉਹ ਤਾਂ ਹੁਣ ਇਸ ਦੁਨੀਆ ਵਿੱਚ ਰਿਹਾ ਹੀ ਨਹੀਂ ਸੀ ਤੇ ਉਸ ਦਾ ਪਰਿਵਾਰ ਇਸ ਗਰਜ਼ਾ ਮਰੀ ਦੁਨੀਆ ਨੇ ਇਕੱਠਾ ਨਹੀਂ ਸੀ ਰਹਿਣ ਦਿੱਤਾ।
ਉਸਨੇ ਸੂਬੇਦਾਰ ਦੇ ਘਰ ਦੇ ਅੱਗੇ ਖਲੋ ਕੇ ਘਰ ਦੇ ਦਰਵਾਜ਼ੇ ਦੇ ਸੱਜੇ ਪਾਸੇ ਲੱਗੀ ਤਖਤੀ ਨੂੰ ਪੜ੍ਹਿਆ, ਜਿਸ ਉੱਪਰ ਮੋਟੇ-ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ਰਿਟਾਇਰ ਸੂਬੇਦਾਰ ਮੋਹਨ ਸਿੰਘ, ਸੁਪੁੱਤਰ ਨਸੀਬ ਸਿੰਘ। ਬੁੱਢੇ ਪਿਆਰੇ ਨੇ ਇੱਕ ਟਕ ਆਪਣੇ ਪੋਤੇ ਦੇ ਮੂੰਹ ਵੱਲ ਨੂੰ ਤੱਕਿਆ। ਉਸਦੀ ਪੌਂਦ, ਉਸਦੀ ਅਗਲੀ ਨਸਲ, ਉਸਦੀ ਅਗਲੀ ਪੀੜ੍ਹੀ, ਉਸਨੂੰ ਹੌਸਲਾ ਜਿਹਾ ਹੋ ਗਿਆ। ਉਸਦੇ ਘਰ ਨੂੰ ਸੰਭਾਲਣ ਲਈ ਉਸਦਾ ਪਰਿਵਾਰ ਅੱਗੇ ਵੱਧ ਫੁੱਲ ਰਿਹਾ ਹੈ। ਉਹ ਦੋਵੇਂ ਕੁੱਤੇ, ਜਿਨ੍ਹਾਂ ਨੂੰ ਸੂਬੇਦਾਰ ਕਈ ਵਾਰ ਰਾਤ ਨੂੰ ਬਾਹਰੋਂ ਆਵਾਜ਼ਾਂ ਮਾਰਦਾ ਸੀ, ਆਜੋ ਪੁੱਤ ਨੂਰੀ, ਆਜੋ ਪੁੱਤ ਰੂਬੀ, ਤੂੰ 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 ਕੂਰ 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 ਕੂਰ, ਆਜੋ। ਹੁਣ ਉਹ ਸੂਬੇਦਾਰ ਦੇ ਘਰ ਦੇ ਦਰਵਾਜ਼ੇ ਮੂਹਰੇ ਆਣ ਬੈਠੇ। ਘਰ ਦੇ ਬੰਦ ਦਰਵਾਜ਼ੇ ਉੱਪਰ ਬਣੇ ਬਾਦਰੇ ਉੱਪਰ ਤੋਤਿਆਂ ਦਾ ਜੋੜਾ ਬੈਠਾ ਸੀ, ਜੋ ਪਿਆਰ ਦੇ ਪਿੰਜਰੇ ਵਿੱਚ ਕੈਦ ਹੋਣ ਲਈ ਅੱਜ ਵੀ ਤਰਸ ਰਹੇ ਸਨ। ਇਹਨਾਂ ਸਭ ਨੂੰ ਤੱਕ ਪਿਆਰੇ ਦੇ ਦਿਲ ਅੰਦਰ ਕਰੁਣਾ ਅੰਗੜਾਈ ਲੈਣ ਲੱਗੀ। ਉਸਦੀਆਂ ਅੱਖਾਂ ਨਮ ਹੋ ਗਈਆਂ। ਆਖਰ ਕੌਣ ਸਨ ਇਹ ਰੱਬ ਦੇ ਜੀ? ਇਨਸਾਨ ਤਾਂ ਬਿਲਕੁਲ ਵੀ ਨਹੀਂ ਸਨ, ਤੇ ਜਾਨਵਰਾਂ ਵਾਲੀ ਇਹਨਾਂ ਵਿੱਚ ਕੋਈ ਵਿਰਤੀ ਨਹੀਂ ਸੀ। ਇਹਨਾਂ ਦੀ ਨਾ ਕੋਈ ਸੰਸਕ੍ਰਿਤੀ ਸੀ, ਨਾ ਕੋਈ ਸੱਭਿਆਚਾਰ ਸੀ, ਤੇ ਨਾ ਹੀ ਕੋਈ ਧਰਮ, ਪਰ ਇਹਨਾਂ ਦਾ ਰੁਤਬਾ ਇਨਸਾਨਾਂ ਨਾਲੋਂ ਉੱਚਾ ਸੀ। ਇਹਨਾਂ ਵਿੱਚ ਸਿਰਫ ਇੱਕੋ ਇਨਸਾਨ ਸੀ, ਤੇ ਉਹ ਸੀ ਇਹਨਾਂ ਦੇ ਪਰਿਵਾਰ ਦਾ ਮੁਖੀਆ, ਸੂਬੇਦਾਰ, ਰੱਬ ਵਰਗਾ ਇਨਸਾਨ। ਪਿਆਰਾ ਸਾਰਾ ਸੱਚ ਜਾਣਦਾ ਸੀ, ਕਿਵੇਂ ਸਭ ਨੇ ਰਲ ਕੇ ਸੂਬੇਦਾਰ ਦਾ ਘਰ ਲੁੱਟਿਆ ਸੀ, ਪਰ ਉਹ ਕੁਝ ਕਰ ਨਹੀਂ ਸੀ ਸਕਿਆ। ਸੱਚ ਹੀ ਕਹਿੰਦਾ ਹੁੰਦਾ ਸੀ ਉਹ ਪਾਗਲ, ਪਿਆਰ ਤਾਂ ਸਿਰਫ ਮਾਂ-ਬਾਪ ਜਾਂ ਇਹ ਜਾਨਵਰ ਹੀ ਕਰ ਸਕਦੇ ਹਨ, ਬਾਕੀ ਸਾਰੀ ਦੁਨੀਆ ਤਾਂ ਗਰਜ਼ਾਂ ਦੀ ਮਾਰੀ ਪਈ ਏ। ਤੇ ਅੱਜ ਇਹ ਗੱਲ ਬਿਲਕੁਲ ਸੱਚ ਸਾਬਤ ਹੋ ਗਈ ਸੀ। ਬੁੱਢੇ ਪਿਆਰੇ ਨੂੰ ਖੜੋਤਾ ਦੇਖ ਉਸਦੇ ਪੋਤੇ ਗੁਰਕੀਰਤ ਨੇ ਆਪਣੇ ਬਾਬੇ ਨੂੰ ਤੋਤਲੀ ਆਵਾਜ਼ ਵਿੱਚ ਹਾਕ ਮਾਰ ਸੂਬੇਦਾਰ ਦੀਆਂ ਯਾਦਾਂ ਵਿੱਚੋਂ ਬਾਹਰ ਕੱਢਿਆ, ਪਰ ਪਿਆਰਾ ਉਹਨਾਂ ਰੱਬ ਦੇ ਜੀਆਂ ਵੱਲੋਂ ਨਜ਼ਰ ਹੀ ਨਹੀਂ ਸੀ ਹਟਾ ਸਕਿਆ। ਦੋਨੋਂ ਕੁੱਤੇ ਘਰ ਦੇ ਬੰਦ ਦਰਵਾਜ਼ੇ ਵੱਲ ਨੂੰ ਦੇਖ ਰਹੇ ਸਨ। ਉਹਨਾਂ ਵਿੱਚੋਂ ਲਾਲ ਕੁੱਤੇ ਨੇ ਘਰ ਦੇ ਬੰਦ ਦਰਵਾਜ਼ੇ ਵੱਲ ਦੇਖਦਿਆਂ ਭੌਂਕਣਾ ਸ਼ੁਰੂ ਕਰ ਦਿੱਤਾ, ਜੋ ਸ਼ਾਇਦ ਆਪਣੇ ਮਾਲਕ ਨੂੰ ਆਵਾਜ਼ ਮਾਰ ਰਿਹਾ ਹੋਵੇ ਤੇ ਕਹਿ ਰਿਹਾ ਹੋਵੇ, ਬਾਪੂ ਅਸੀਂ ਆ ਗਏ ਹਾਂ। ਡੱਬੇ ਕੁੱਤੇ ਦੀ ਸੜਕ ਦੇ ਦੂਜੇ ਪਾਸੇ ਖੜੇ ਪਿਆਰੇ ਤੇ ਜਾ ਨਜ਼ਰ ਪਈ, ਤੇ ਉਹ ਦਰਵਾਜ਼ੇ ਅੱਗੇ ਉੱਠ ਖਲੋਂਦਿਆਂ ਪਿਆਰੇ ਨੂੰ ਦੇਖ ਪੂਛ ਹਿਲਾਉਣ ਲੱਗਾ। ਸ਼ਾਇਦ ਬੇਜ਼ੁਬਾਨ ਮਨੋ-ਮਨੀ ਸੋਚ ਰਿਹਾ ਹੋਵੇ, ਇਹ ਮਿੱਤਰ ਸੀ ਸਾਡੇ ਮਾਲਕ ਸੂਬੇਦਾਰ ਦਾ। ਇਸੇ ਨੇ ਸਾਨੂੰ ਇੱਕ ਦਿਨ ਸਾਡੇ ਘਰ ਆ ਸਾਡੇ ਡੋਂਗਿਆਂ ਵਿੱਚ ਦੁੱਧ ਪਾਇਆ ਸੀ। ਇਹਨੂੰ ਪਤਾ ਹੋਊ ਸਾਡੇ ਮਾਲਕ ਦਾ। ਪਰ ਇਹਨਾਂ ਬੇਜ਼ੁਬਾਨਾਂ ਨੂੰ ਕੀ ਪਤਾ ਸੀ ਕਿ ਤੀਰ ਕਮਾਨ ਚੋਂ, ਗੱਲ ਜ਼ੁਬਾਨ ਚੋਂ ਤੇ ਰੂਹ ਸਰੀਰ ਚੋਂ ਨਿਕਲ ਕਦੇ ਵਾਪਸ ਨਹੀਂ ਆਉਂਦੀ। ਅੱਜ ਦੂਜੀ ਵਾਰ ਰੂਹ ਇਸ ਘਰ ਵਿੱਚੋਂ ਨਿਕਲ ਗਈ ਸੀ, ਤੇ ਬਿਨਾਂ ਰੂਹ ਤੋਂ ਪਿੰਜਰ ਵੀ ਕਿੰਨਾ ਚਿਰ ਖੜਾ ਰਹਿ ਸਕਦਾ ਸੀ। ਪਿਆਰੇ ਤੇ ਡੱਬੇ ਕੁੱਤੇ ਦੀਆਂ ਅੱਖਾਂ ਵਿੱਚ ਸਿਰਫ ਤੇ ਸਿਰਫ ਨਮੀ ਸੀ, ਪਰ ਪਿਆਰਾ ਆਪਣੀਆਂ ਭਾਵਨਾਵਾਂ ਤੇ ਕਾਬੂ ਪਾ ਆਪਣੇ ਪੋਤੇ ਨੂੰ ਕੁਚੜ ਚੁੱਕੀ ਅੱਗੇ ਤੁਰ ਗਿਆ। ਪਰੰਤੂ ਇਹ ਬੇਜ਼ੁਬਾਨ ਅੱਗੇ ਤੁਰਨ ਲਈ ਤਿਆਰ ਹੀ ਨਹੀਂ ਸਨ। ਇਸ ਤਰ੍ਹਾਂ ਦੀ ਉਡੀਕ ਜਾਂ ਤਾਂ ਕੋਈ ਰੱਬ ਰੂਪੀ ਫਕੀਰ ਸੁਭਾਅ ਦਾ ਬੰਦਾ ਕਰਦਾ ਹੈ, ਤੇ ਜਾਂ ਇਹ ਬੇਜ਼ੁਬਾਨ ਜੋ ਕਿਸੇ ਇਨਸਾਨ ਦੁਆਰਾ ਦਿੱਤੇ ਪਿਆਰ ਨੂੰ 10 ਗੁਣਾ ਕਰਕੇ ਵਾਪਸ ਮੋੜ ਦੇਂਗੇ। ਪਰ ਇਹਨਾਂ ਦਰਵੇਸ਼ਾਂ ਨੂੰ ਨਹੀਂ ਸੀ ਪਤਾ ਕਿ ਘਰ ਦੇ ਅੰਦਰ ਪਸਰੀ ਚੁੱਪ ਸ਼ਾਇਦ ਹੁਣ ਕਦੇ ਵੀ ਨਾ ਟੁੱਟੇ, ਤੇ ਸ਼ਾਇਦ ਹੁਣ ਕਦੇ ਵੀ ਕੋਈ ਮਹਾਤਮਾ ਇਸ ਘਰ ਦੇ ਦਰਵਾਜ਼ੇ ਤੇ ਦਸਤਕ ਦੇਵੇ। ਘਰ ਦੀਆਂ ਕੱਚੀਆਂ ਕੰਧਾਂ ਵਿੱਚੋਂ ਵੀ ਤੂਤ ਉੱਗਣੇ ਸ਼ੁਰੂ ਹੋ ਗਏ ਸਨ, ਪਰ ਇਹ ਦੋਨੋਂ ਕੁੱਤੇ ਅੱਜ ਵੀ ਉਸ ਜੰਗਾਲ ਖਾਦੇ ਜਿੰਦਰੇ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ, ਜੋ ਸ਼ਾਇਦ ਹੁਣ ਕਦੇ ਨਾ ਖੁੱਲ੍ਹੇ।